ਅਗਲੀ ਖਬਰ ਦੇ ਵੱਲ ਆਪਾਂ ਚੱਲ ਗਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਕਿਸਾਨੀ ਦੀ। 33 ਘੰਟਿਆਂ ਬਾਅਦ ਦਿੱਲੀ ਹਾਈਵੇ ਖੁੱਲ ਗਿਆ। ਕਿਸਾਨੀ ਦੀ ਕਿਸਮਤ ਕਿੱਦੇ ਖੁੱਲੂਗੀ ਕਿਸੇ ਨੂੰ ਨਹੀਂ ਪਤਾ। MSP ਤੇ ਹੁਣ ਹਰਿਆਣਾ ਸਰਕਾਰ ਹੋ ਗਈ ਹੈ ਸਹਿਮਤ, ਕਹਿੰਦੇ ਸੂਰਜਮੁਖੀ ਦੀ ਖਰੀਦ MSP ਤੇ ਕਰਾਂਗੇ, ਪਰ ਜਿਹੜਾ ਵਾਅਦਾ ਕੇਂਦਰ ਨੇ ਕੀਤਾ ਸੀਗਾ ਕਿ ਖਰੀਦ ਦੀ ਕਾਨੂੰਨੀ ਗਰੰਟੀ ਦਾ, ਉਹ ਪਤਾ ਨਹੀਂ ਕਿੱਦੇ ਪੂਰਾ ਹੋਊ। ਪ੍ਰਵੀਨ ਜੀ, ਪੰਜਾਬ 'ਚ ਆਮ ਆਦਮੀ ਪਾਰਟੀ ਨੇ ਗਰੰਟੀਆਂ ਦਿੱਤੀਆਂ ਜੀ, ਤੇ ਕੇਂਦਰ ਨੇ MSP ਦੀ ਗਰੰਟੀ ਦਿੱਤੀ। ਇਹ ਗਰੰਟੀਆਂ ਮੇਰਾ ਮੰਨਣਾ ਹੈ ਕਿ ਜੁੱਤਿਆਂ ਕੱਪੜਿਆਂ ਤੇ ਹੁੰਦੀਆਂ ਜੀ। ਸਰਕਾਰਾਂ ਦੇ ਨੋਟੀਫਿਕੇਸ਼ਨ ਹੁੰਦੇ ਨੇ, ਸਰਕਾਰਾਂ ਦੀਆਂ ਗਰੰਟੀਆਂ ਨਹੀਂ ਹੁੰਦੀਆਂ। ਸਰਕਾਰਾਂ ਲਿਖਤੀ ਵਾਅਦੇ ਕਰਨਾ। ਮੈਂ ਪਹਿਲੇ ਦਿਨ ਤੋਂ ਹੀ ਗੱਲ ਕਰਦਾ ਕਿ ਜਿਹੜੀ ਵੀ ਪਾਰਟੀ ਮੈਦਾਨ 'ਚ ਉਤਰਦੀ ਆ, ਉਹ ਚੋਣ ਐਲਾਨਨਾਮੇ ਨੂੰ ਕਾਨੂੰਨੀ ਦਸਤਾਵੇਜ਼ ਬਣਾਵੇ। ਜੇ ਚੋਣ ਕਮਿਸ਼ਨ ਨਹੀਂ ਬਣਾਉਂਦਾ ਤਾਂ ਪਾਰਟੀ ਆਪਣੇ ਪੱਧਰ ਤੇ ਬਣਾਵੇ, ਉਮੀਦਵਾਰ ਆਪਣੇ ਪੱਧਰ ਤੇ ਬਣਾਵੇ। ਕਿਆ ਚੱਕੋ ਭਾਈ ਮੇਰਾ ਹਲਫੀਆ ਬਿਆਨ, ਉਹ ਸੁਖਬੀਰ ਬਾਦਲ ਕਹਿੰਦਾ ਸੀ ਨਾ ਕਿ ਅਸੀਂ ਸਾਨ ਕਰਤਾ ਕਿ ਤੁਸੀਂ ਆਪੇ ਤਸਦੀਕ ਕਰ ਸਕਦੇ ਹੋ, ਆਪਣਾ ਤਸਦੀਕ ਕੀਤਾ ਹੀ ਹਲਫੀਆ ਬਿਆਨ ਜਾਰੀ ਕਰ ਦੋ ਨਾ। ਸੋ ਇਸ ਲਈ ਇਹ ਗਰੰਟੀਆਂ ਹਵਾ ਹੁੰਦੀਆਂ ਨੇ, ਇਹ ਧੋਤੇ ਤੇ ਰੰਗ ਉੜ ਜਾਂਦੇ ਨੇ ਇਹਨਾਂ ਕੱਪੜਿਆਂ ਦੇ, ਉਹੀ ਜਿਹੀਆਂ ਗਰੰਟੀਆਂ ਨੇ। ਹਲੋ, ਹੁਣ ਇਸ ਮਾਮਲੇ ਦੇ ਵਿੱਚ ਵੀ ਅਜੇ ਵੀ ਪੇਚ ਫਸੂਗਾ ਜੀ। ਪਰ ਮੈਂ ਕੱਲ ਹੀ ਤੁਹਾਨੂੰ ਇਹ ਦੱਸਿਆ ਸੀਗਾ, ਜਦੋਂ ਆਪਾਂ ਕੱਲ ਗੱਲ ਕਰ ਰਹੇ ਸੀ ਕਿ ਭਾਈ ਸਾਰੀ ਰਾਤ ਪਹਿਲ ਕਿਸਾਨਾਂ ਨੇ ਉੱਥੇ ਕੱਟੀ ਆ, ਇਹਨਾਂ ਪੱਕਾ ਮੋਰਚਾ ਲੱਗ ਗਿਆ, ਪਰ ਮੈਂ ਕਿਹਾ ਸੀਗਾ ਕਿ ਅੱਜ ਉਹਦਾ ਹੱਲ ਨਿਕਲ ਆਉਣਾ। ਦੇਰ ਰਾਤ ਇਹਦੀ ਗੱਲ ਸਾਡੇ ਕੋਲ ਪਹੁੰਚ ਗਈ ਸੀ ਕਿ ਖਾਸਾ ਕੁਝ ਨੇੜੇ ਲੱਗ ਗਿਆ। ਠੀਕ ਹੈ, ਹਾਂਜੀ। ਪਰ ਕੱਲ ਤਾਂ ਵੀ ਗੱਲ ਨੂੰ ਨਿਬੜਨ ਦੇ ਵਿੱਚ ਸਮਾਂ ਲੱਗਿਆ। 10 ਘੰਟਿਆਂ 'ਚ 7 ਦੌਰ ਦੀਆਂ ਬੈਠਕਾਂ ਚੱਲੀਆਂ। ਠੀਕ ਹੈ, ਅੱਛਾ। ਔਰ 7 ਦੌਰ ਦੀਆਂ ਬੈਠਕਾਂ 'ਚੋਂ ਪਹਿਲੀਆਂ 4 ਦੌਰ ਦੀਆਂ ਬੈਠਕਾਂ ਫੇਲ ਹੋਈਆਂ। ਪਿਛਲੀਆਂ 3 ਬੈਠਕਾਂ 'ਚ ਜਾ ਕੇ ਕੁਝ ਕਹਾਣੀ ਬਣੀ ਆ ਜੀ। ਬਕਾਇਦਾ ਤੌਰ ਤੇ ਇਹ 10 ਘੰਟੇ 'ਚ ਜਿਹੜੀਆਂ 7 ਦੌਰ ਦੀਆਂ ਬੈਠਕਾਂ ਚੱਲੀਆਂ, ਉਹ ਤੋਂ ਬਾਅਦ ਫਿਰ 33 ਘੰਟੇ ਬਾਅਦ ਜਾ ਕੇ ਖੁੱਲਿਆ ਹਾਈਵੇ। ਠੀਕ ਹੈ। ਜਿਹੜਾ ਭਾਰਤੀ ਸਮੇਂ ਅਨੁਸਾਰ ਸੋਮਵਾਰ ਨੂੰ ਬੰਦ ਹੋ ਗਿਆ ਸੀ, ਉਹ ਮੰਗਲਵਾਰ ਦੀ ਰਾਤ ਨੂੰ 10:30 ਵਜੇ ਜਾ ਕੇ ਚੱਲਿਆ ਹਾਈਵੇ ਜੀ। ਸੋ ਇਸ ਲਈ ਇਹਦੇ ਲਈ ਸੋਮਵਾਰ 1:15 ਵਜੇ ਦੁਪਹਿਰ ਨੂੰ ਹਾਈਵੇ ਬੰਦ ਦਾ ਐਲਾਨ ਕਰਤਾ ਸੀ ਕਿ ਫਿਰ ਠੀਕ ਆ, ਅਸੀਂ ਹਾਈਵੇ ਰੋਕਦੇ ਹਾਂ ਜੇਕਰ ਤੁਸੀਂ ਸਾਡੀ ਨਹੀਂ ਗੱਲ ਸੁਣਦੇ ਜੀ ਜੀ। ਤੇ ਉਹ ਜਾ ਕੇ ਰਾਤ 10:30 ਵਜੇ ਫਿਰ ਰਾਹ ਖੁੱਲਿਆ, ਕਿਉਂਕਿ ਉਹਦੇ ਵਿੱਚ 3-4 ਪੁਆਇੰਟਾਂ ਤੇ ਆ ਕੇ ਸਹਿਮਤੀ ਬਣ ਗਈ। ਪਹਿਲੀ ਸਹਿਮਤੀ ਤਾਂ ਇਹ ਬਣੀ ਜੀ ਕਿ ਠੀਕ ਹੈ ਜੀ, ਜਿਹੜਾ ਉੱਥੇ ਦਾ ਮਤਲਬ ਕਿ ਸੂਰਜਮੁਖੀ ਦੀ ਖਰੀਦ ਹੈ, ਉਹ ਉੱਥੇ ਜਿਹੜਾ ਉਹਨਾਂ ਦਾ ਸੰਬੰਧਤ ਹੈ ਹੈਪਰਡ ਹੈ, ਜਿਵੇਂ ਹਾਂਜੀ ਹਾਂਜੀ, ਜਿਵੇਂ ਆਪਣੀ ਮੰਨ ਲਓ ਮਾਰਕਫੈਡ ਹੋਵੇ ਹੈ ਨਾ, ਏਦਾਂ ਉਹਨਾਂ ਜਿਹੜਾ ਉਵੇਂ ਹੈਪਰਡ ਹੈ ਉਹ ਖਰੀਦੇਗਾ, ਪਰ ਉਹ ਖਰੀਦੇਗਾ 4800 ਨੂੰ ਜੀ। 4800 ਦੀ ਬਜਾਏ ਮਤਲਬ ਕਿ ਉਹ ਹੁਣ ਜਿਹੜਾ ਪ੍ਰਤੀ ਕੁਆਂਟਲ 4800 ਨੂੰ ਖਰੀਦਣ ਦੀ ਉਹਨਾਂ ਦੀ ਤਿਆਰੀ ਸੀਗੀ ਪਹਿਲਾਂ, ਹੁਣ ਉਹ ਖਰੀਦੇਗਾ ਮਤਲਬ ਕਿ 5000 ਨੂੰ। ਠੀਕ ਹੈ। ਉਹ 4800 ਤੱਕ ਪਹਿਲਾਂ ਮੰਨ ਰਹੇ ਸੀ ਪ੍ਰਵੀਨ ਜੀ ਕਿ ਅਸੀਂ ਪ੍ਰਤੀ ਕੁਆਂਟਲ ਪਿੱਛੇ 4800 ਭਾਅ ਦੇ ਦਿੰਦੇ ਆ। ਇਹ ਕਹਿੰਦੇ ਕਿ ਘੱਟੋ ਘੱਟ 6400 ਤੇ ਤਾਂ ਆਓ, MSP ਤੇ ਤਾਂ ਆਓ। ਤੇ ਫਿਰ ਹੁਣ ਜਿਹੜੀ ਸਹਿਮਤੀ ਬਣੀ ਆ, ਉਹ ਸਹਿਮਤੀ ਇਹ ਬਣੀ ਆ ਕਿ ਉਹ 5000 ਨੂੰ ਖਰੀਦਣਗੇ। ਠੀਕ ਹੈ। 1000 ਰੁਪਈਆ ਪ੍ਰਤੀ ਕੁਆਂਟਲ ਪਿੱਛੇ ਸਰਕਾਰ ਸਿੱਧਾ ਪਾਊਗੀ, ਜਿਹਦੀ ਖਰੀਦ ਹੋਊਗੀ ਉਹਦੀ ਪੋਰਟਲ ਤੇ ਆਈ ਜਾਊਗੀ ਜਾਣਕਾਰੀ, ਤੇ ਸਰਕਾਰ ਉਹਦੇ ਖਾਤੇ 'ਚ 1000 ਰੁਪਈਆ ਪਾਈ ਜਾਊਗੀ। ਇੰਜ 6000 ਰੁਪਈਆ ਪ੍ਰਤੀ ਕੁਆਂਟਲ ਦਾ ਭਾਅ ਮਿਲ ਗਿਆ। ਠੀਕ ਹੈ, ਭਾਵ ਅੰਤਰ ਜਿਹੜੀ ਸਕੀਮ ਹੈ। ਹਾਂ, ਫਿਰ ਪਿੱਛੇ ਬਚਿਆ 400 ਰੁਪਈਆ, ਤੇ ਅਧਿਕਾਰੀਆਂ ਨੇ ਸਰਕਾਰ ਦੀ ਸਹਿਮਤੀ ਨਾਲ ਹੀ ਲਿਖਤੀ ਤੌਰ ਤੇ ਉੱਥੇ ਹਾਮੀ ਭਰੀ ਆ। ਬਕਾਇਦਾ DC ਨੇ ਜਨਤਕ ਤੌਰ ਤੇ ਐਲਾਨ ਕੀਤਾ ਕਿ ਉਹ 400 ਰੁਪਈਆ ਵੀ ਛੇਤੀ ਹੀ ਕਿਸਾਨਾਂ ਨੂੰ ਕਿਸੇ ਵੀ ਰੂਪ 'ਚ ਅਸੀਂ ਐਡਜਸਟ ਕਰਕੇ ਪਹੁੰਚਦਾ ਕਰਾਂਗੇ ਸੂਰਜਮੁਖੀ ਵਾਲੇ 'ਚ। ਸੋ 6400 ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਅਸੀਂ ਖਰੀਦ ਕਰਾਂਗੇ। ਇੱਕ ਸਹਿਮਤੀ ਇਹ ਬਣੀ ਜੀ। ਦੂਜੀ ਸਹਿਮਤੀ ਇਹਦੇ ਵਿੱਚ ਸਭ ਤੋਂ ਅਹਿਮ ਇਹ ਬਣੀ ਕਿ ਠੀਕ ਹੈ ਭਾਈ, ਅਸੀਂ ਕਿਸਾਨਾਂ ਨੂੰ ਅੱਜ ਸਵੇਰੇ, ਅੱਜ ਬੁੱਧਵਾਰ ਹੋ ਗਿਆ, ਤੇ ਅੱਜ ਦਿਨ ਚੜ੍ਹਦਿਆਂ ਨੂੰ ਹੁਣ ਛੱਡਣ ਦੀ ਤਿਆਰੀ ਹੋ ਜਾਣੀ ਹੈ ਕਿ ਚੰਡੂਨੀ ਸਣੇ ਬਾਕੀ ਸਾਥੀਆਂ ਤੋਂ ਪਰਚੇ ਵਾਪਸ ਲਵਾਂਗੇ ਤੇ ਉਹਨਾਂ ਦੀ ਰਿਹਾਈ ਕਰਾਂਗੇ ਜੀ ਜੀ। ਤੇ ਇਹ ਇਸ ਤਰ੍ਹਾਂ ਜਦੋਂ ਇਹ ਸਹਿਮਤੀਆਂ ਬਣੀਆਂ, ਤੇ ਉਹ ਤੋਂ ਬਾਅਦ ਫਿਰ ਜਾ ਕੇ ਇਹ ਫੈਸਲਾ ਹੋਇਆ ਕਿ ਠੀਕ ਹੈ ਹੁਣ ਹਾਈਵੇ ਅਸੀਂ ਖੋਲਦੇ ਹਾਂ। ਤੇ ਫਿਰ ਹਾਈਵੇ ਖੁੱਲਣ ਦੀ ਤਿਆਰੀ ਹੋਈ, ਤੇ ਰਾਤ ਮਤਲਬ ਕਿ ਕਰੀਬ 9 ਵਜੇ ਉੱਥੋਂ ਟੈਂਟ ਦਰੀਆਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ, ਤੇ 10, ਸਵਾ 10, 10:30 ਪੂਰੀ ਤਰ੍ਹਾਂ ਫਿਰ ਦਿੱਲੀ ਹਾਈਵੇ ਜਿਹੜਾ ਸਾਡਾ ਨੈਸ਼ਨਲ ਹਾਈਵੇ ਹੈ ਨਾ, ਸਭ ਤੋਂ ਲੰਬਾ ਸ਼ੇਰਸ਼ਾਹ ਸੂਰੀ ਮਾਰਗ, ਉਹ ਫਿਰ ਖੁੱਲ ਗਿਆ ਜੀ। ਸੋ ਇਸ ਲਈ ਇਹ ਕਵਾਇਦ ਦੇ ਪਿੱਛੇ ਇੱਕ ਉੱਥੇ ਸੀਗੇ, ਸਰਕਾਰ ਨੇ ਇਸ ਵਾਰ ਮਤਲਬ ਕਿ ਪਿਛਲੀ ਵਾਰ ਵਾਲੀ ਗਲਤੀ ਨਹੀਂ ਦੁਹਰਾਈ ਕਿ ਹਾਂ ਉਹਨਾਂ ਨੇ ਬਕਾਇਦਾ ਤੌਰ ਤੇ ਬੈਰੀਕੇਡ ਪਰੇ ਕਰਤੇ ਜਦੋਂ ਕਿਸਾਨ ਅੱਗੇ ਵਧੇ ਕਿ ਨਹੀਂ ਐਕਟੀ ਲਾਠੀ ਚਾਰਜ ਕਰਕੇ ਹੋਰ ਬਦਨਾਮੀ ਨਹੀਂ ਘਟਣੀ, ਸ਼ਾਇਦ ਚੋਣਾਂ ਦਿਖਦੀਆਂ। ਤੇ ਪਰ ਪੰਜਾਬ ਸਰਕਾਰ ਨੂੰ ਲੱਗਦਾ ਕਿ ਅਜੇ ਕਿਹੜਾ ਚੋਣਾਂ ਨੇ,
ਇਸ ਲਈ ਖਿੱਚ ਤੂ ਕਰ ਲਓ ਕਿਸਾਨਾਂ ਦੀ ਜੇ ਹੁੰਦੀ ਆ। ਤੇ ਪਟਿਆਲੇ 'ਚ ਜੋ ਕੁਝ ਵਾਪਰਿਆ ਉਹਦਾ ਅਸਰ ਪੂਰੇ ਪੰਜਾਬ 'ਚ ਦੇਖਣ ਨੂੰ ਮਿਲਿਆ। ਕਿਸਾਨ ਬਾਹਰ ਨਿਕਲੇ, ਟੋਲ ਰੋਕੇ, ਤੇ ਉੱਥੇ ਬਕਾਇਦਾ ਤੌਰ ਤੇ ਡੱਲਿਆ ਤੇ ਉਹਨਾਂ ਦੇ ਸਾਥੀਆਂ ਨੂੰ ਜਿਵੇਂ ਖਿੱਚ ਧੂਰ ਕੇ ਲੈ ਕੇ ਗਏ। ਉਹ ਪੰਜਾਬ ਸਰਕਾਰ ਕਿਹੜੀ ਸਰਕਾਰ ਹੈ ਪ੍ਰਵੀਨ ਜੀ? ਜੀ ਉਹ ਆਮ ਆਦਮੀ ਪਾਰਟੀ ਸਰਕਾਰ ਹੈ ਜਿਹੜੀ ਕਹਿੰਦੀ ਸੀ ਸਾਡੇ ਰਾਜ 'ਚ ਧਰਨੇ ਨਹੀਂ ਲੱਗਣਗੇ, ਸਾਡੇ ਰਾਜ 'ਚ ਪ੍ਰਦਰਸ਼ਨ ਨਹੀਂ ਹੋਣਗੇ, ਸਾਡੇ ਰਾਜ 'ਚ ਮੇਜ਼ ਤੇ ਬੈਠ ਕੇ ਮਸਲੇ ਹੱਲ ਹੋਣਗੇ। ਜਾਂ ਇਹ ਉਹ ਪਾਰਟੀ ਦੀ ਸਰਕਾਰ ਹੈ ਜਿਹੜੀ ਦਿੱਲੀ ਵਾਲੇ ਪਾਸਿਓਂ ਕੇਜਰੀਵਾਲ ਨੂੰ ਲੈ ਕੇ ਆਉਂਦੀ ਸੀ ਕਿਸਾਨਾਂ ਦੇ ਧਰਨੇ 'ਚ ਬਿਠਾਉਣ ਲਈ। ਇਹ ਉਹ ਹੈ ਜਿਹੜੀ ਉਧਰੋਂ ਪਾਣੀਆਂ ਦੇ ਡੱਬੇ ਚੱਕੀ ਆਉਂਦੇ ਹੁੰਦੇ ਸੀ ਕਿ ਨਹੀਂ ਜੀ ਅਸੀਂ ਤਾਂ ਕਿਸਾਨਾਂ ਦੇ ਨਾਲ ਆ, ਅਸੀਂ ਤਾਂ ਦੇਖੋ ਜੀ ਤਾਰਾਂ ਟੱਪ ਕੇ, ਪੁਲਿਸ ਦੇ ਬੈਰੀਕੇਡ ਟੱਪ ਕੇ ਆ ਰਹੇ ਆ ਜੀ ਕਿਸਾਨਾਂ ਲਈ। ਤੇ ਉਹ ਹੁਣ ਡਾਂਗ ਭਰਾਉਂਦੀ ਆ, ਖਿੱਚਤੂ ਕਰਦੀ ਆ, ਔਰ ਉਸ ਡੱਲੇਵਾਲ ਨੂੰ ਜਿਹਨੂੰ ਭਗਵੰਤ ਮਾਨ ਉਹਦੀ ਜੱਫੀਆਂ ਪਾਉਂਦੇ ਸੀ। ਜੀ ਹੁਣ ਇਹ ਤਾਂ ਕਹਿ ਨਹੀਂ ਸਕਦੇ ਕਿ ਬਲਬੀਰ ਸਿੰਘ ਰਾਜੇਵਾਲਾ ਭਾਈ ਉਹਦੇ ਨਾਲ ਪੇਚਾ ਪਿਆ ਹੋਇਆ ਭਗਵੰਤ ਮਾਨ ਦਾ, ਕਿਉਂਕਿ ਦੋਵੇਂ ਮੁੱਖ ਮੰਤਰੀ ਦਾਅਵੇਦਾਰ ਬਣ ਗਏ ਸੀ ਤਾਂ ਕਰਕੇ ਅਜੇ ਕੱਢ ਰਿਹਾ। ਇਹ ਤਾਂ ਡੱਲੇਵਾਲ ਦੀ ਗੱਲ ਸੁਣਦੇ ਸੀ ਤੁਸੀਂ ਕੋਲ ਬਿਠਾ ਕੇ। ਬਿਲਕੁਲ ਬਿਲਕੁਲ। ਤੁਸੀਂ ਡੱਲੇਵਾਲ ਨੂੰ ਰਾਜ ਸਭਾ ਭੇਜਣ ਤੱਕ ਦੇ ਤਿਆਰੀਆਂ ਕਰੀ ਬੈਠੇ ਸੀ ਜੀ। ਤੇ ਹੁਣ ਤੁਸੀਂ ਉਹਨਾਂ ਦੇ ਖਿਲਾਫ, ਇਹਦਾ ਮਤਲਬ ਹੁਣ ਡੱਲੇਵਾਲ ਜੇਕਰ ਲੋਕਾਂ ਦੀ ਗੱਲ ਕਰਦਾ ਤਾਂ ਉਹ ਗਲਤ ਹੋ ਗਿਆ ਹੈ। ਸੋ ਉਹਨੇ ਕਿਹਾ ਕੀ ਆ? ਉਹ ਕਹਿੰਦਾ ਪ੍ਰੀਪੇਡ ਮੀਟਰ ਨੇ ਜਿਹੜੇ ਤੁਹਾਡੇ ਧੋਖਾ ਹੈ ਜੀ ਲੋਕਾਂ ਨਾਲ। ਤੁਸੀਂ 24 ਘੰਟੇ ਬਿਜਲੀ ਦੀਆਂ ਗੱਲਾਂ ਕਰਦੇ ਹੋ, ਕਿਸਾਨ ਨੂੰ 24 ਘੰਟੇ ਬਿਜਲੀ ਕਿਉਂ ਨਹੀਂ ਮਿਲਦੀ? ਉਹ 24 ਘੰਟੇ ਦਾ ਫਾਇਦਾ ਕੀ ਜੀ? ਅੱਧੀ ਰਾਤ ਨੂੰ 3 ਵਜੇ ਬਿਜਲੀ ਛੱਡਣੀ ਅਸੀਂ ਮੋਟਰ ਵਾਲੀ। ਸੋ ਇਸ ਲਈ ਜੇ ਲੋਕ ਮੰਗਾਂ ਲੈ ਕੇ ਬੈਠੇ ਉਹਨਾਂ ਦੀ ਗੱਲ ਸੁਣ ਲਓ ਜੀ, ਉਹਦਾ ਹੱਲ ਕੱਢੋ ਜੀ। ਤੇ ਆਹ ਤਰੀਕਾ ਵਧੀਆ ਕਿ ਹਾਂ ਹਲੇ ਚੋਣਾਂ ਨੇੜੇ ਨਹੀਂ, ਇਸ ਲਈ ਕੋਈ ਚੱਕਰ ਨਹੀਂ, ਪੁਲਿਸ ਤਾਕਤ ਵੀ ਵਰਤ ਕੇ ਸਵਾਦ ਤਾਂ ਲੈਣਾ ਵੀ ਸੱਤਾ 'ਚ ਕਿਹੜੀ ਕਿਹੜੀ ਤਾਕਤ ਆ ਮੇਰੇ ਕੋਲ। ਉਹ ਹਰੇ ਪੈਨ ਨਾਲ ਹੁਣ ਤਾਕਤ ਚੈੱਕ ਕਰਕੇ ਦੇਖਦੇ ਆ ਨਾ ਕਿ ਕਿਹੜੀ ਕਿਹੜੀ ਹੈ ਜੀ। ਸੋ ਇਹ ਹੁਣ ਹਰਾ ਪੈਨ ਕਿਸਾਨਾਂ ਦੀ ਗ੍ਰਿਫਤਾਰੀ ਲਈ, ਡਾਂਗ ਬਣਾਉਣ ਲਈ ਵੀ ਚੱਲਣ ਲੱਗ ਗਿਆ। ਸੋ ਇਸ ਲਈ ਇਹ ਦੋ ਦ੍ਰਿਸ਼ ਸੀ ਕੱਲ। ਇੱਕ ਪਾਸੇ 33 ਘੰਟਿਆਂ ਬਾਅਦ ਸਰਕਾਰ ਝੁਕਦੀ ਨਜ਼ਰ ਆਈ, ਸਰਕਾਰ ਸਹਿਮਤ ਹੁੰਦੀ ਨਜ਼ਰ ਆਈ ਹਰਿਆਣੇ ਦੀ, ਤੇ ਇੱਧਰ ਵਾਲੀ ਧੱਕੇਸ਼ਾਹੀ ਕਰਦੀ ਨਜ਼ਰ ਆਈ। ਜੀ ਜੀ ਬਿਲਕੁਲ। ਉਹ ਤਾਂ ਦੇਖੋ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਕਿ ਪਲਦਾ ਖੁੰਝਿਆ ਤੇ ਕੋਹ ਤੇ ਜਾ ਪੈਂਦਾ ਸ਼ਰਮਾ ਜੀ। ਤੇ ਜਦੋਂ ਡੱਲੇਵਾਲ ਸਾਹਿਬ ਨਾਲ ਡੀਲ ਚੱਲ ਰਹੀ ਸੀ ਅੰਦਰ ਖਾਤੇ ਇੱਕ, ਤੇ ਹੋ ਸਕਦਾ ਅੱਜ ਧਰਨਿਆਂ ਤੇ ਨਾ ਬਹਿਣਾ ਪੈਂਦਾ ਜੇ ਕਿਤੇ ਗੱਲ ਬਣ ਜਾਂਦੀ, ਪਰ ਗੱਲ ਬਣੀ ਨਹੀਂ ਉਦੋਂ। ਪਰ ਫਿਰ ਵੀ ਉਹ ਦੇਖੋ ਪੋਲੀਟੀਕਲ ਗੱਲਾਂ ਸੀ। ਡੱਲੇਵਾਲ ਸਾਹਿਬ ਨੇ ਉਦੋਂ ਚਲੋ ਆਪਣਾ ਅਲੱਗ ਰੁੱਖ ਅਪਣਾਇਆ, ਪਰ ਇਹ ਜਿਹੜਾ ਦਮਨਕਾਰੀ ਨੀਤੀ ਹੈ ਇਹ ਨਹੀਂ ਹੋਣੀ ਚਾਹੀਦੀ। ਦਮਨਕਾਰੀ ਨੀਤੀ, ਚਾਹੇ ਆਪਾਂ ਡੱਲੇਵਾਲ ਸਾਹਿਬ, ਚਾਹੇ ਆਪਾਂ ਉਗਰਾਹਾਂ ਜੀ ਕਿਸੇ ਵੀ ਆਈਡੀਓਲੋਜੀ ਨਾਲ ਸਹਿਮਤ ਹੈਗੇ ਆ ਜਾਂ ਨਹੀਂ ਹੈਗੇ, ਪਰ ਘੱਟੋ ਘੱਟ ਲੋਕ ਪੱਖੀ ਜਦੋਂ ਗੱਲ ਹੋਵੇ ਉਹ ਤਾਂ ਸਰਕਾਰਾਂ ਸੁਣਨ ਨਾ, ਖਾਸ ਕਰਕੇ ਜਿਹੜੀਆਂ ਐਜੀਟੇਸ਼ਨ ਚੋਂ ਨਿਕਲੀਆਂ ਪਾਰਟੀਆਂ ਨੇ, ਜਿਹੜੀਆਂ ਐਜੀਟੇਸ਼ਨ ਚੋਂ ਨਿਕਲੀਆਂ ਸਰਕਾਰਾਂ ਨੇ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਪਾਂ ਕੁਸ਼ਤੀ ਸੰਘ ਦੀਆਂ ਚੋਣਾਂ ਦੀ। ਕੁਸ਼ਤੀ ਸੰਘ ਦੀਆਂ ਚੋਣਾਂ ਹੋਣੀਆਂ ਜਿਹੜੀਆਂ ਉਹ 6 ਤਰੀਕ ਨੂੰ ਹੋਣੀਆਂ, ਤੇ ਪਹਿਲਵਾਨਾਂ ਨੇ ਵੀ ਐਲਾਨ ਕੀਤਾ ਹੋਇਆ ਵੀ ਅਸੀਂ ਆਪਦੀ ਜਿਹੜੀ ਰਣਨੀਤੀ ਆ ਉਹ ਕੱਲ ਨੂੰ ਦੱਸਾਂਗੇ। ਪ੍ਰਵੀਨ ਜੀ 2-3 ਚੀਜ਼ਾਂ ਨੇ ਇਹਦੇ ਵਿੱਚ। ਇੱਕ ਤਾਂ ਬਕਾਇਦਾ ਤੌਰ ਤੇ ਚੋਣਾਂ ਦਾ ਐਲਾਨ ਹੋ ਗਿਆ ਜੀ। ਦੂਸਰੇ ਪਾਸੇ 15 ਤਰੀਕ ਤੱਕ ਅਨੁਰਾਗ ਠਾਕੁਰ ਨੇ ਕਿਹਾ ਸੀਗਾ ਕਿ ਉਹ ਚਾਰਜਸ਼ੀਟ ਪੇਸ਼ ਹੋ ਜੂਗੀ, ਪਰ ਉਹਦੇ ਵਿੱਚ ਇੱਕ ਨਵਾਂ ਮੋੜ ਆਇਆ ਜੀ। ਨਵਾਂ ਮੋੜ ਇਹ ਆਇਆ ਕਿ 3-4 ਪਹਿਲਵਾਨਾਂ ਨੇ 2-3 ਰੈਫਰੀ ਤੇ ਕੋਚ ਨੇ ਜਿਹੜੇ ਬਿਆਨ ਦਰਜ ਕਰਾਏ ਨੇ ਜੀ, ਉਹ ਪਹਿਲਵਾਨਾਂ ਦੇ ਹੱਕ 'ਚ ਜਾਂਦੇ ਨੇ। ਪਰ ਪੁਲਿਸ ਕਹਿੰਦੀ ਸਾਡੇ ਕੋਲ ਤਾਂ 209 ਲੋਕਾਂ ਨੇ ਬਿਆਨ ਦਰਜ ਕਰਾਏ ਨੇ। ਤੇ ਇਹਦਾ ਮਤਲਬ ਕਿ ਇੱਕ ਉਹ ਧਿਰ ਖੜੀ ਕਰ ਲਈ ਗਈ ਹੈ ਜਿਹੜੀ ਉਲਟ ਖੜੀ ਹੋਵੇ ਜੀ। ਉਹਨਾਂ ਦੇ ਬਿਆਨ ਇਸ ਤਰ੍ਹਾਂ ਦੇ ਵੱਧ ਗਿਣਤੀ ਸ਼ਾਮਲ ਕਰ ਲਏ ਗਏ ਨੇ। ਉਹ ਤੋਂ ਇਸ ਦੌਰਾਨ ਹੀ ਇਹ ਵੀ ਪਤਾ ਲੱਗਿਆ ਕਿ ਬਕਾਇਦਾ ਤੌਰ ਤੇ ਜਾਂਚ ਕਰ ਰਹੀ ਧਿਰ ਨੂੰ ਪਹਿਲਵਾਨਾਂ ਵੱਲੋਂ, ਖਾਸ ਕਰਕੇ ਉਹਨਾਂ 4 ਤੋਂ 5 ਪਹਿਲਵਾਨਾਂ ਵੱਲੋਂ ਜਿਨ੍ਹਾਂ ਨੇ ਇਹ ਸਵਾਲ ਖੜੇ ਕੀਤੇ ਨੇ ਬ੍ਰਿਜ-ਭੂਸ਼ਣ ਦੇ, ਛੇੜਖਾਨੀ ਦੇ, ਸਰੀਰਕ ਸ਼ੋਸ਼ਣ ਦੇ ਜਾਂ ਬਦਸਲੂਕੀ ਦੇ, ਉਹਨਾਂ ਨੇ ਆਡੀਓ, ਵੀਡੀਓ ਤੇ ਕੁਝ ਹੋਰ ਫੋਟੋਆਂ ਰਾਹੀਂ, ਕੁਝ ਹੋਰ ਤੱਥਾਂ ਰਾਹੀਂ ਸਬੂਤ ਸੌਂਪ ਦਿੱਤੇ ਨੇ ਜੀ। ਤੇ ਸਬੂਤ ਲੈਂਦਿਆਂ ਹੀ ਉਹ ਧਿਰ ਕਹਿੰਦੀ ਆ ਜੇ ਬਿਨਾਂ ਜਾਂਚ ਕੀਤੇ, ਮਤਲਬ ਇੰਨੀ ਤੇਜ਼ੀ ਆ ਕਿ ਉਹ ਬਿਨਾਂ ਦੇਖੇ ਕਹਿੰਦੇ ਆ ਇਹ ਸਬੂਤ ਤਾਂ ਜੀ ਗ੍ਰਿਫਤਾਰੀ ਤੱਕ ਵਾਲੇ ਜਾਂ ਕਾਰਵਾਈ ਵਾਲੇ ਤੱਕ ਪਹੁੰਚਦੇ ਨਹੀਂ ਦਿਖਦੇ। ਠੀਕ ਹੈ। ਇਹ ਲੋੜੀਂਦੇ ਸਬੂਤ ਉਹ ਤਾਕਤ ਨਹੀਂ ਰੱਖਦੇ ਜਿਹਦੇ ਨਾਲ ਕੋਈ ਬੜਾ ਐਕਸ਼ਨ ਹੋ ਸਕੇ। ਇਹਦਾ ਮਤਲਬ ਤੁਸੀਂ ਤੈਅ ਕਰੀ ਬੈਠੇ ਹੋ। ਇਹ ਸਭ ਦੇ ਦਰਮਿਆਨ ਇੱਕ ਪਾਸੇ ਭਾਰਤ ਦੀਆਂ ਪਹਿਲਵਾਨ ਧੀਆਂ ਤੇ ਪੁੱਤਰ ਜਿਹੜੇ ਜ਼ਿਆਦਾ ਗਿਣਤੀ ਚੋਂ ਹਰਿਆਣੇ ਤੋਂ ਨੇ ਜੀ, ਉਹ ਇੱਕ ਲੜਾਈ ਲੜ ਰਹੇ ਨੇ ਇਨਸਾਫ ਦੀ, ਸਮੁੱਚੇ ਖੇਡ ਜਗਤ ਦੀ। ਤੇ ਦੂਸਰੇ ਪਾਸੇ ਹਰਿਆਣੇ ਦੀਆਂ ਧੀਆਂ ਕੱਲ 9 ਮੈਡਲ ਜਿੱਤ ਕੇ ਆਈਆਂ, 10 ਧੀਆਂ ਉਤਰੀਆਂ ਸੀ ਮੈਦਾਨ 'ਚ। ਇਹ ਬਕਾਇਦਾ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਸੀ ਜੀ।
ਇਹ ਹਰਿਆਣੇ ਦੀਆਂ 10 ਧੀਆਂ ਮੈਦਾਨ ਚ ਉਤਰੀਆਂ, 9 ਮੈਡਲ ਜਿੱਤ ਕੇ ਆਈਆਂ, ਜਿਸ ਚੋਂ 7 골ਡ ਮੈਡਲ ਨੇ। ਠੀਕ ਹੈ। 10 ਚ 9 ਜਿੱਤ ਕੇ ਆ ਰਹੀਆਂ, 7 골ਡ ਮੈਡਲ ਨੇ, ਇੱਕ ਚਾਂਦੀ ਦਾ ਤੇ ਇੱਕ ਕਾਂਸੇ ਦਾ ਮੈਡਲ, 9 ਮੈਡਲ ਲੈ ਕੇ ਆ ਰਹੀਆਂ। ਤੇ ਇੱਧਰ ਤੁਸੀਂ ਧੀਆਂ ਦੀ ਅਜੇ ਵੀ ਗੱਲ ਵੀ ਨਹੀਂ ਸੁਣਦੇ। ਜੀ। ਤੇ ਕੱਲ ਨੂੰ ਆਉਣ ਵਾਲੀਆਂ ਪੀੜ੍ਹੀਆਂ ਮੈਦਾਨ ਚ ਜਾਣੋਂ ਹਟ ਜਾਣੀਆਂ। ਘੱਟੋ ਘੱਟ ਹਰਿਆਣਾ ਤਾਂ ਸੋਚੇ, ਹਰਿਆਣਾ ਸਰਕਾਰ ਤਾਂ ਸੋਚੇ ਕਿ ਅਸੀਂ ਤਾਂ ਆਪਣੇ ਬੱਚਿਆਂ ਨਾਲ ਖੜੀਏ। ਮੁਲਕ ਖੜਨ ਲਈ ਤਿਆਰ ਹੈ ਤੇ ਸਰਕਾਰਾਂ ਖੜਨ ਲਈ ਤਿਆਰ ਨਹੀਂ ਜੀ। ਚਲੋ ਇਹ ਸਭ ਦੇ ਦਰਮਿਆਨ ਜੀ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਮਤਲਬ ਕਿ ਜਿਹੜੇ ਚੰਦਰ ਸ਼ੇਖਰ ਧਨਖੜ ਨੇ, ਉਹ ਹੋ ਸਕਦਾ ਕਿ ਹੈ ਨਾ ਪ੍ਰਧਾਨ ਬਣ ਜਾਣ, ਹੈ ਨਾ, ਜਾਂ ਹਰਿਆਣਾ ਇੱਥੋਂ ਰਾਜਸਥਾਨ ਤੋਂ ਨੇ ਉਹ ਜਨਰਲ ਸੈਕਟਰੀ ਬਣ ਜਾਣ। ਬ੍ਰਿਜ ਭੂਸ਼ਣ ਦੇ ਪਰਿਵਾਰ ਨੂੰ ਲਾਂਭੇ ਕਰਕੇ ਕਹਿਣਗੇ ਦੇਖ ਵੀ ਤੈਨੂੰ ਬਚਾ ਲਿਆ, ਹੁਣ ਤੂੰ ਘੱਟੋ ਘੱਟ ਕੁਸ਼ਤੀ ਸੰਘ ਤੋਂ ਦੂਰ ਹੋ ਜਾ। ਸੋ ਉਹਦੇ ਰਿਸ਼ਤੇਦਾਰਾਂ ਨੂੰ ਸ਼ਾਇਦ ਦੂਰ ਕਰ ਦੇਣ। ਸੋ ਦੇਖੋ ਜੀ, ਇੱਕ ਪਾਸੇ 15 ਜੁਲਾਈ ਨੇੜੇ ਆ ਰਹੀ ਹੈ, ਜਿਸ ਦਿਨ ਚਾਰਜਸ਼ੀਟ ਤੇ ਉਹ ਰਿਪੋਰਟ ਸਾਹਮਣੇ ਆਉਣ ਦੀ ਉਮੀਦ ਆ। ਤੇ ਉਸੇ ਦਿਨ ਦਾ ਇੰਤਜ਼ਾਰ ਪਹਿਲਵਾਨਾਂ ਨੇ ਕਹਿਤਾ ਕਿ ਅਸੀਂ ਇੰਤਜ਼ਾਰ ਕਰਾਂਗੇ। ਸਾਨੂੰ ਪਤਾ ਕਹਿੰਦੇ ਕਿ ਉਹ ਜਿਹੜੇ ਨਾਬਾਲਗ ਬੱਚੀ ਦੇ ਪਰਿਵਾਰ ਮੁੱਕਰਿਆ ਨੀਗਾ, ਹੈ ਨਾ, ਉਹ ਇੱਕ ਦਿਨ ਚ ਵਾਪਰਿਆ ਘਟਨਾਕ੍ਰਮ ਨਹੀਂ। ਉਹਦੇ ਪਿੱਛੇ ਕਿੰਨੇ ਦਿਨਾਂ ਦੀ ਘਾਲਣਾ ਤੇ ਕਿੰਨਾ ਤੰਗ ਪ੍ਰੇਸ਼ਾਨ ਕਰਨ ਦੀ ਸ਼ਰਾਰਤ ਹੋਣੀ, ਕਹਿੰਦੇ ਸਾਨੂੰ ਸਮਝ ਆਉਂਦੀ ਆ, ਪਰ ਅਸੀਂ ਲੜਾਂਗੇ। ਅਸੀਂ ਵੀਰਵਾਰ ਨੂੰ ਆਪਣੀ ਅਗਲੀ ਰਣਨੀਤੀ ਲਾਂਦਾਂਗੇ। ਅਸੀਂ ਮਾੜਾ ਜਿਹਾ ਮੂੰਹ ਮਹਾਂਦਰਾ ਦੇਖ ਲਈਏ ਸਰਕਾਰ ਕੀ ਕਹਿੰਦੀ ਆ। ਸੋ ਇਸ ਲਈ ਉਹ ਉਧਰ ਦੂਸਰੇ ਪਾਸੇ ਕੁਸ਼ਤੀ ਸੰਘ ਦੀਆਂ ਚੋਣਾਂ 6 ਜੁਲਾਈ ਨੂੰ ਐਲਾਨ ਹੋ ਗਈਆਂ ਜੀ। ਬਕਾਇਦਾ ਤੌਰ ਤੇ ਤਰੀਕਾਂ ਆ ਗਿਆ, ਨੋਟੀਫਿਕੇਸ਼ਨ ਜਾਰੀ ਹੋ ਗਿਆ ਜੀ ਕਿ 6 ਜੁਲਾਈ ਨੂੰ ਵੋਟਾਂ ਹੋਣਗੀਆਂ, 6 ਜੁਲਾਈ ਨੂੰ ਨਤੀਜੇ ਆਉਣਗੇ। ਨਾਮਜ਼ਦਗੀਆਂ ਦਾਖਲ ਕਰਨ ਦੀ ਤਰੀਕ 23 ਤੋਂ 25 ਜੂਨ ਹੈ ਜੀ। ਨਾਮਜ਼ਦਗੀਆਂ ਦੀ ਪੜਚੋਲ 28 ਜੂਨ ਨੂੰ ਹੋਣੀ ਹੈ ਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ 1 ਜੁਲਾਈ ਹੈ ਜੀ। ਠੀਕ ਹੈ। ਉਸ ਤੋਂ ਬਾਅਦ ਫਿਰ 2 ਨੂੰ 3 ਨੂੰ 4 ਨੂੰ ਤੁਸੀਂ ਪ੍ਰਚਾਰ ਕਰਨਾ, ਕੁਝ ਕਰਨਾ। ਜੇ ਤਾਂ ਇੱਕ ਸੀਟ ਤੇ ਵੱਧ ਉਮੀਦਵਾਰ ਹੋਏ ਫਿਰ ਮੁਕਾਬਲਾ 6 ਨੂੰ ਹੋਊਗਾ, ਨਹੀਂ ਨਤੀਜੇ 1 ਜੁਲਾਈ ਨੂੰ ਪਤਾ ਲੱਗ ਜਾਣਗੇ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਕਾਲੀਆਂ ਕਰਤੂਤਾਂ ਦੀ। ਪੰਜਾਬੀ ਇੱਕ ਫਿਲਮ ਬੜੀ ਫੇਮਸ ਹੋਈ ਸੀ ਜਦੋਂ ਪੰਜਾਬੀ ਸਿਨੇਮੇ ਦਾ ਦੌਰ ਦੇ ਵਿੱਚ ਖੜੋਤ ਜੀ ਆਈ ਵੀ ਸੀ। ਉਹਦੇ ਵਿੱਚ ਇੱਕ ਡਾਇਲੋਗ ਸੀਗਾ, ਕਹਿੰਦੇ ਕਾਲਾ ਕੋਟ ਐਵੇਂ ਨਹੀਂ ਪਾਇਆ, ਤੇ ਦੂਜਾ ਉਹਦਾ ਮੁੰਡਾ ਕਹਿੰਦਾ ਸੀ ਕਾਲੀਆਂ ਕਰਤੂਤਾਂ ਲੁਕਾਉਣ ਨੂੰ ਪਾਇਆ, ਜਾਂ ਦੂਜਾ ਪ੍ਰੈਸ ਨਹੀਂ ਸੀ ਤਾਂ ਪਾਇਆ। ਮਤਲਬ ਐਸਾ ਵਿਅੰਗ ਸੀਗਾ, ਤੰਜ ਸੀਗਾ।